नमस्कार भी सारे जिमें कि तुम्हें पता अपनी हिस्ट्री की क्लास चल रही है। अपने हिस्ट्री के पहला 20 ਲੈਕਚਰ कंप्लीट हो चुके हैं। ਅੱਜ ਲੈਕਚਰ नंबर 21 है। तो आप 21 ਲੈਕਚਰ ਦੇ ਵਿੱਚ ਅੱਜ ਜਾਣਦੇ ਹਾਂ ਰਾਸ਼ਟਰਕੂਟ ਵੰਸ਼ ਬਾਰੇ। ਤਾਂ ज़्यादा टाइम ना लेते हुए मैं ਲੈਕਚਰ शुरू करता है। अपना ਲੈਕਚਰ है राष्ट्रकूट वंश। ठीक है, हेडिंग लिखते हैं राष्ट्रकूट वंश। राष्ट्रकूट वंश बई ये अपना बहुत इंपोर्टेंट वंश है। ये बहुत ज़्यादा इंपोर्टेंट वंश है। ये बारे पढ़ते हैं, जानते हैं कि राजा सीगा। सब तो पहला तो ये फाउंडर कौन सीगा, तो यदा फाउंडर कौन रहा है। यदा फाउंडर सी दंती दुर्ग। दंती दुर्ग जिहदा टाइम पीरियड 735 तो लेके 756 तक रहा है। लो बई पहला आप जानते हैं राष्ट्रकूट वंश बारे। राष्ट्रकूट वंश का जो राजा सीगा उसका नाम सी दंती दुर्ग। दंती दुर्ग कदों तो कदों तक रहा भी 735 तो लेके 756 तक रहा है। आपको ये गल पता लग गई। ठीक है, उस तो बाद इन्हें कितों आया, ये किवें बनिया, तो आपां ना एक पढ़िया सी चालुक्य वंश। चालुक्य वंश बई जिन्हें नहीं पढ़िया तो पहले चालुक्य वंश पढ़ के आओ। चालुक्य वंश का लास्ट राजा सीगा, चालुक्य वंश का लास्ट राजा सी कीर्तिवर्मन। कीर्तिवर्मन ਤਾਂ कीर्तिवर्मन हारिया सीगा। किस तो हारिया सी? दंती दुर्ग तो। मैं उदों कहा सी भी दंती दुर्ग आएगा वो किसी वंश का राजा होएगा। वो वंश आ सीगा राष्ट्रकूट वंश। तो दंती दुर्ग के हथों हार गया। कौन हार गया? कीर्तिवर्मन हार गया। किहड़े वंश का सीगा? चालुक्य वंश का सी। ते किहड़ा वंश आ गया? राष्ट्रकूट वंश आ गया। जदों राष्ट्रकूट वंश आया इन्हें आपकी राजधानी स्थापित की बई। किने? दंती दुर्ग ने। तो दंती दुर्ग ने राजधानी केड़ी बनाई? तो राष्ट्रकूट वंश की राजधानी सी मालखेड़। मालखेड़ मालखेड़ क्लियर होगी। तो मालखेड़ यदी राजधानी सी जो कि कित्थे पैंदी? करनाटका च। तो अज के टाइम से अगर पूछ लेने ही कित्थे है तो ये करनाटका च है। ध्यान रखियो माड़ा जा, ये भी पूछ लेंदे भी किहड़ी जगह कित्थे है। तो मालखेड़ जगह हैगी करनाटका च। आपां नूं इन्नी गल पता लग गई। तो आपां नूं उस तो बाद होर की है, होर इहदे विचकार देखियो इहने की करवाया। इहने एक यज्ञ करवाया जिन्हों कहते सी हिरण्य गर्भा। हिरण्यगर्भा ਇਹ ਇੱਕ ਤਰ੍ਹਾਂ ਦਾ ਯੱਗ ਸੀਗਾ। ਪੁਰਾਣੇ ਟਾਈਮ 'ਚ ਯੱਗ ਹੁੰਦੇ ਸੀਗੇ, ਉਹ ਯੱਗ ਕਰਵਾਇਆ ਰਿਸ਼ੀ ਮੁਨੀਆਂ ਤੋਂ ਕਰਵਾਇਆ। ਤੇ ਇਹਦੇ ਵਿੱਚ ਕੀ ਕੀਤਾ ਸੀ, ਜਿਵੇਂ ਗਰੀਬਾਂ ਨੂੰ ਆਪਾਂ ਨਾ ਕੋਈ ਕੰਬਲ ਦਾਨ ਕਰ ਦਿੰਦੇ ਆ ਜਾਂ ਕੁਝ ਹੋਰ ਦਾਨ ਕਰ ਦਿੰਦੇ ਆ, ਤਾਂ ਇਹਨੇ ਵੀ ਉਸੇ ਟਾਈਮ ਤੇ ਇਹੀ ਸਿਸਟਮ ਸ਼ੁਰੂ ਕੀਤਾ ਸੀਗਾ। ਹੀਰਨ-ਗਰਭਾ ਦਾ ਮਤਲਬ ਇਹ ਹੋ ਗਿਆ ਬਈ ਕੁਝ ਡੋਨੇਟ ਕਰਨਾ। ਤਾਂ ਇਹਨੇ ਇੰਨਾ ਡੋਨੇਟ ਕੀਤਾ ਸੀ, ਇਹ ਯੱਗ ਨੂੰ ਮਹਾਦਾਨ ਵੀ ਕਿਹਾ ਜਾਂਦਾ ਹੈ। ਅਗਰ ਕਦੇ ਕੁਐਸਚਨ 'ਚ ਆ ਗਿਆ ਮਹਾਦਾਨ ਤਾਂ ਮਹਾਦਾਨ ਦੇ ਨਾਲ ਕਿਹੜਾ ਯੱਗ ਹੈ? ਉਹ ਆਹੀ ਯੱਗ ਹੈਗਾ ਜਿਹੜਾ ਕਰਵਾਇਆ ਸੀ। ਇਹਦੇ ਵਿੱਚ ਗਰੀਬਾਂ ਨੂੰ ਸਹਾਰਾ ਲਾਣਾ, ਕੁਝ ਦੇਣਾ, ਕੁਝ ਕੱਪੜੇ ਵਗੈਰਾ ਦੇਣੇ, ਕੁਝ ਪੈਸੇ ਸਿੱਕੇ ਵਗੈਰਾ ਦੇਣੇ। ਤਾਂ ਹੀਰਨ-ਗਰਭਾ ਜਿਹੜਾ ਯੱਗ ਹੋਇਆ ਸੀ ਇਹ ਕਿਹਦੇ ਦੁਆਰਾ ਕਰਾਇਆ ਗਿਆ ਸੀਗਾ? ਰਾਸ਼ਟਰਕੂਟ ਵੰਸ਼ ਦੇ ਰਾਜਾ ਦੰਤੀ ਦੁਰਗ ਜੋ ਕਿ ਉਹਦਾ ਫਾਊਂਡਰ ਸੀ, ਉਹਦੇ ਦੁਆਰਾ ਕਰਾਇਆ ਗਿਆ ਸੀਗਾ। ਉਹਨੇ ਚਾਲੁਕਿਆ ਵੰਸ਼ ਦੇ ਕੀਰਤੀਵਰਮਨ ਨੂੰ ਹਰਾਇਆ ਸੀਗਾ। ਉਹਨੇ ਰਾਜਧਾਨੀ ਬਣਾਈ ਮਾਲਖੇੜ ਜੋ ਕਿ ਕਰਨਾਟਕਾ 'ਚ ਪੈਂਦੀ ਹੈ। ਉਹਨੇ ਇੱਕ ਯੱਗ ਕਰਵਾਇਆ ਜਿਹਦੇ ਵਿੱਚ ਆਪਾਂ ਕਹਿੰਦੇ ਆ ਵੀ ਯੱਗ ਦੇ ਵਿੱਚ ਡੋਨੇਟ ਕੀਤਾ, ਪੈਸੇ ਵਗੈਰਾ ਲੋਕਾਂ ਨੂੰ ਦਿੱਤੇ, ਗਰੀਬਾਂ ਦਾ ਸਹਾਇਤਾ ਕੀਤੀ। ਇਸ ਨੂੰ ਮਹਾਦਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਇੱਥੋਂ ਦੀ ਇਹਨਾਂ ਦਾ ਸਾਮਰਾਜ ਖੜਾ ਹੋਣਾ ਸ਼ੁਰੂ ਹੋ ਗਿਆ। ਦੂਜਾ ਬਾਅਦ ਫਿਰ ਇਹਦਾ ਚਾਚਾ ਆਇਆ ਸੀਗਾ। ਠੀਕ ਹੈ, ਇਸ ਤੋਂ ਬਾਅਦ ਇਹਦਾ ਚਾਚਾ ਆ ਗਿਆ ਸੀਗਾ। ਉਰੇ ਲਿਖਦਾ ਬਈ, ਤਾਂ ਉਹਦਾ ਨਾਂ ਸੀਗਾ ਕ੍ਰਿਸ਼ਨਾ ਸੈਕਿੰਡ। ਠੀਕ ਹੈ ਬਈ, ਕ੍ਰਿਸ਼ਨਾ ਸੈਕਿੰਡ ਨਹੀਂ, ਸੌਰੀ ਕ੍ਰਿਸ਼ਨਾ ਫਸਟ। ਹਜੇ ਸੈਕਿੰਡ ਕਿੱਥੋਂ ਆ ਗਏ? ਸੈਕਿੰਡ ਤਾਂ ਬਾਅਦ ਚ ਹੋਊਗਾ। ਕ੍ਰਿਸ਼ਨਾ ਫਸਟ ਕਲੀਅਰ ਹੋ ਗਈ ਗੱਲ। ਤਾਂ ਕ੍ਰਿਸ਼ਨਾ ਫਸਟ ਇਹਦਾ ਚਾਚਾ ਸੀਗਾ ਜਿਹਦਾ ਟਾਈਮ ਪੀਰੀਅਡ 756 ਤੋਂ ਲੈ ਕੇ 774 ਤੱਕ। ਭਈਆ ਫਸਟ ਦਾ ਸਮਝ ਲਿਓ ਬਈ, ਪਹਿਲਾ ਆਏਗਾ, ਦੂਜਾ ਆਏਗਾ, ਤੀਜਾ ਆਏਗਾ, ਐਵੇਂ ਕਰਦੇ ਸਮਝ ਗਏ ਨਾ। ਤਾਂ ਕ੍ਰਿਸ਼ਨ ਪ੍ਰਥਮ ਦਾ ਮਤਲਬ ਪਹਿਲਾ ਸੀਗਾ, 756 ਤੋਂ 774 ਤੱਕ ਆਇਆ ਸੀ। ਇਹਦਾ ਚਾਚਾ ਸੀਗਾ। ਕਿਹਦਾ ਚਾਚਾ ਸੀ? ਦੰਤੀ ਦੁਰਗ ਦਾ ਚਾਚਾ ਸੀਗਾ। ਇਹਨੇ ਕੀ ਕੀਤਾ? ਤਾਂ ਸਭ ਤੋਂ ਪਹਿਲਾਂ ਤਾਂ ਇਹਨੇ ਵਾਤਾਪੀ ਵੰਸ਼ ਦਾ ਕਿੰਗ ਸੀਗਾ ਵਿਸ਼ਨੂਵਰਧਨ। बतापी वंश का किंग सीगा विष्णुवर्धन। ਉਹਨੂੰ ਹਰਾਇਆ ਤੇ ਆਪਦਾ ਸਾਮਰਾਜ ਹੋਰ ਵੀ ਜ਼ਿਆਦਾ ਫੈਲਾਇਆ। ਤਾਂ ਇਹਨੇ बतापी वंश, ਬਈ बतापी वंश ਵੀ ਨਾ ਇਹਨਾਂ ਵੰਸ਼ਾਂ ਚੋਂ ਸੀ। ਚਾਲੁਕਿਆ ਵੰਸ਼ ਮੈਂ ਦੱਸਿਆ ਸੀ, ਇਹ ਚਾਲੁਕਿਆ ਵੰਸ਼, बतापी वंश, ਬਦਾਮੀ ਵੰਸ਼, ਇਹ ਸਾਰੇ ਇੱਕੋ ਹੀ ਵੰਸ਼ ਹੈ। ਬਟ ਇੱਕ ਪੀੜ੍ਹੀ ਦੇ ਰਾਜੇ ਅਲੱਗ-ਅਲੱਗ ਸੀਗੇ। ਇੱਕ ਪੀੜ੍ਹੀ ਚੋਂ ਆਪਾਂ ਕਹਿੰਦੇ ਵੀ ਕੋਈ ਚਾਚਾ, ਤਾਇਆ, ਮਾਮਾ, ਉਹ ਸਾਰੇ ਅਲੱਗ-ਅਲੱਗ ਬਹਿ ਜਾਂਦੇ ਨਾ, ਉਹਨਾਂ ਦੇ ਵਿੱਚੋਂ ਹੀ ਅਲੱਗ-ਅਲੱਗ ਸੀ। ਕਿਸੇ ਨੇ ਚਲਾ ਰੱਖਿਆ ਸੀ ਚਾਲੁਕਿਆ ਵੰਸ਼, ਕਿਸੇ ਨੇ ਚਲਾ ਰੱਖਿਆ ਸੀ ਵਤਾਪੀ ਵੰਸ਼। ਇਹ ਸਾਰਾ ਖਤਮ ਕੀਤਾ ਸੀ ਰਾਸ਼ਟਰਕੂਟ ਵੰਸ਼ ਨੇ। ਤਾਂ ਦੇਖੋ
ਚਾਲੁਕਿਆ ਵੰਸ਼ ਜਿਹੜਾ ਖਤਮ ਕੀਤਾ ਸੀ ਉਹ ਕੀਰਤੀ ਵਰਮਨ ਖਤਮ ਹੋਇਆ ਸੀ ਕਿਸ ਤੋਂ? ਦੰਤੀ ਦੁਰਗ ਤੋਂ। ਵਤਾਪੀ ਵੰਸ਼ ਦਾ ਵਿਸ਼ਨੂਵਰਧਨ ਖਤਮ ਹੋਇਆ ਸੀ ਕ੍ਰਿਸ਼ਨਾ ਪਹਿਲੇ ਤੋਂ। ਇਹ ਗੱਲ ਦਾ ਆਪਾਂ ਨੂੰ ਪਤਾ ਲੱਗ ਗਿਆ, ਕਲੀਅਰ ਹੋ ਗਈ ਗੱਲ ਨੂੰ। ਉਸ ਤੋਂ ਬਾਅਦ ਐਲੋਰਾ ਦੀਆਂ ਗੁਫਾਵਾਂ, ਐਲੋਰਾ ਕੇਵਸ, ਐਲੋਰਾ ਦੀਆਂ ਗੁਫਾਵਾਂ 'ਚ ਕੈਲਾਸ਼ ਟੈਂਪਲ, ਅਲੋਰਾ ਦੀਆਂ ਗੁਫਾਵਾਂ, ਅਜੰਤਾ ਅਲੋਰਾ ਦੀਆਂ ਗੁਫਾਵਾਂ ਸੁਣੀਆਂ ਹੋਣਗੀਆਂ, ਅਗਰ ਨਹੀਂ ਸੁਣੀਆਂ ਤਾਂ ਮੈਂ ਜੀਓਗ੍ਰਾਫੀ ਦੇ ਵਿਚਕਾਰ ਕਰਾਉਂਗਾ। ਅਜੰਤਾ ਐਲੋਰਾ ਦੀ ਗੁਫਾਵਾਂ ਹੈਗੀਆਂ ਤਾਂ ਉਹਦੇ ਵਿਚਕਾਰ ਕੈਲਾਸ਼ ਟੈਂਪਲ ਕਿਹਨੇ ਬਣਵਾਇਆ? ਤਾਂ ਕੈਲਾਸ਼ ਟੈਂਪਲ ਬਣਵਾਇਆ ਗਿਆ ਸੀਗਾ ਆਪਣੇ ਕ੍ਰਿਸ਼ਨ ਪ੍ਰਥਮ ਦੁਆਰਾ, ਇਹਨੇ ਬਣਾਇਆ ਸੀ ਕੈਲਾਸ਼ ਟੈਂਪਲ। ਕਲੀਅਰ ਹੋ ਗਈ ਗੱਲ ਨੂੰ। ਤਾਂ ਆਪਾਂ ਨੂੰ ਇੰਨਾ ਵੇਰਵਾ ਮਿਲ ਗਿਆ। ਇੱਕ ਵਾਰੀ ਮੈਂ ਰਿਪੀਟ ਕਰਾ ਦੇਣਾ, ਫਾਊਂਡਰ ਕੌਣ ਸੀ ਰਾਸ਼ਟਰਕੂਟ ਵੰਸ਼ ਦਾ? ਦੰਤੀ ਦੁਰਗ, 735 ਤੋਂ 756। ਚਾਲੁਕਿਆ ਵੰਸ਼ ਦਾ ਕੀਰਤੀ ਵਰਮਨ ਨੂੰ ਹਰਾਇਆ ਤੇ ਆਪਦਾ ਵੰਸ਼ ਸ਼ੁਰੂ ਕੀਤਾ। ਕੈਪੀਟਲ ਬਣਾਈ ਮਾਲਖੇੜ ਜੋ ਕਿ ਕਰਨਾਟਕਾ 'ਚ ਪੈਂਦੀ ਹੈ। ਹੀਰਨਗਰਵਾ ਨਾਂ ਦਾ ਯੱਗ ਕਰਵਾਇਆ ਜਿਸ 'ਚ ਪੈਸੇ ਵਗੈਰਾ ਡੋਨੇਟ ਕੀਤੇ, ਇਹਨੂੰ ਮਹਾਦਾਨ ਵੀ ਕਿਹਾ ਜਾਂਦਾ ਹੈ। ਫਿਰ ਇਹਦਾ ਚਾਚਾ ਆ ਗਿਆ ਸੀਗਾ, ਚਾਚੇ ਦਾ ਨਾਂ ਸੀ ਕ੍ਰਿਸ਼ਨ ਪਹਿਲਾ, ਠੀਕ ਹੈ, ਚਾਚੇ ਦਾ ਨਾਂ ਸੀ ਕ੍ਰਿਸ਼ਨ ਪਹਿਲਾ, ਜਿਹਨੇ ਵਤਾਪੀ ਵੰਸ਼ ਦਾ ਵਿਸ਼ਨੂਵਰਧਨ ਨੂੰ ਹਰਾਇਆ ਤੇ ਇਹਨੇ ਅਲੋਰਾ ਦੇ ਵਿਚਕਾਰ ਕੈਲਾਸ਼ ਟੈਂਪਲ ਬਣਾਇਆ। ਕਲੀਅਰ ਹੋ ਗਈ, ਇਹਨੂੰ ਨੋਟ ਕਰੋ। ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਆ ਗਿਆ ਸੀ ਗੋਵਿੰਦ। ਗੋਵਿੰਦ ਦਾ ਟਾਈਮ ਪੀਰੀਅਡ ਕਿੰਨਾ ਸੀ? 784 ਤੋਂ ਲੈ ਕੇ 780 ਤੱਕ। ਬਈ ਇਹਨੂੰ ਕੰਮ ਕਾਰ ਤਾਂ ਕੋਈ ਹੈ ਨਹੀਂ ਸੀਗਾ, ਸਾਰਾ ਦਿਨ ਨਸ਼ੇ 'ਚ ਪਿਆ ਰਹਿੰਦਾ, ਠੀਕ ਹੈ, ਖਾ ਪੀ ਕੇ ਸੁੱਤਾ ਰਹਿੰਦਾ। ਗੋਵਿੰਦ ਸੀ 774 ਤੋਂ ਲੈ ਕੇ 780 ਤੱਕ ਆਇਆ, ਨਸ਼ਿਆਂ 'ਚ ਸੁੱਤਾ ਰਹਿੰਦਾ। ਟਾਈਮ ਪੀਰੀਅਡ ਆਪ ਹੀ ਦੇਖ ਲਓ ਕਿੰਨਾ ਹੈ। ਤਾਂ ਇਹਨੇ ਕੁਝ ਵੀ ਨਹੀਂ ਕੀਤਾ ਕਰੂਗਾ ਕਿ ਵੀ ਸਾਰਾ ਦਿਨ ਖਾ ਪੀ ਕੇ ਸੁੱਤਾ ਰਹਿੰਦਾ। ਇਹਦੇ ਭਰਾ ਨੇ ਹੀ ਇਹਦੀ ਹੱਤਿਆ ਕਰਤੀ ਤੇ ਖੁਦ ਇਹਦਾ ਭਰਾ ਗੱਦੀ ਤੇ ਆਇਆ, ਕਿਉਂਕਿ ਉਹਨੂੰ ਪਤਾ ਸੀ ਐਵੇਂ ਤਾਂ ਰਾਜਪਾਟ ਚੱਲ ਜੂਗਾ। ਤਾਂ ਇਹਦਾ ਭਰਾ ਆਇਆ ਧਰੁਵ ਧਾਰਾ, ਤਾਂ ਇਹਦੇ ਭਰਾ ਦਾ ਨਾਂ ਸੀਗਾ ਧਰੁਵ ਧਾਰਾ। ਇਹ ਆਇਆ ਗੱਦੀ ਤੇ ਆਪਦੇ ਭਰਾ ਦੀ ਹੱਤਿਆ ਕਰਕੇ। ਕਲੀਅਰ ਹੋ ਗਈ ਗੱਲ ਨੂੰ। ਇਹ ਕਿੰਨੇ ਤੋਂ ਕਿੰਨੇ ਤੱਕ ਆਇਆ? ਇਹ ਆਇਆ 780 ਤੋਂ ਲੈ ਕੇ 793 ਤੱਕ। ਇਹ ਆਇਆ 780 ਤੋਂ ਲੈ ਕੇ 793 ਤੱਕ। ਕਲੀਅਰ ਹੋ ਗਈ ਗੱਲ ਨੂੰ। ਉਸ ਤੋਂ ਬਾਅਦ ਇਹਨੇ ਕੀ ਕੀਤਾ? ਇਹ ਇਹੋ ਜਿਹਾ ਰਾਜਾ ਰਿਹਾ ਸੀਗਾ ਜਿਹਨੇ ਕੈਪਚਰ ਕੀਤਾ, ਕਿਹੜਾ ਹਿੱਸਾ ਕੈਪਚਰ ਕੀਤਾ? ਤਾਂ ਕਨੌਜ। ਦੇਖੋ ਵੀ ਇਹ ਕਰਨਾਟਕਾ 'ਚ ਸੀ, ਕਰਨਾਟਕਾ 'ਚ ਪਹੁੰਚਦੇ ਭਾਰਤ ਦੇ ਨਾਰਥ ਵੱਲ ਆ ਰਹੇ ਹੈ ਤੇ ਕਨੌਜ ਤੱਕ ਪਹੁੰਚ ਕੇ ਰਾਸ਼ਟਰਕੂਟ ਵੰਸ਼ ਬਹੁਤ ਜ਼ਿਆਦਾ ਫੈਲਿਆ ਸੀ ਇੰਡੀਆ 'ਚ, ਬਹੁਤ ਜ਼ਿਆਦਾ ਪ੍ਰਚਾਰ ਹੋਇਆ ਇੰਡੀਆ 'ਚ। ਤਾਂ ਇਹਨਾਂ ਨੇ ਕਰਨਾਟਕਾ ਤੋਂ ਹੌਲੀ ਹੌਲੀ ਮੱਧ ਭਾਰਤ 'ਚ ਆ ਗਏ, ਹਲੇ ਹਿਮਾਚਲ ਤੱਕ ਵੀ ਜਾਣਗੇ ਇਹ। ਤਾਂ ਬਹੁਤ ਤਗੜਾ ਵੰਸ਼ ਰਿਹਾ ਇਹ। ਕੈਪਚਰ ਕੀ ਕੀਤਾ? ਮੈਂ ਦੱਸਿਆ ਕਨੌਜ ਜਿੱਤ ਲਿਆ। ਕਲੀਅਰ ਹੋ ਗਈ, ਆਪਾਂ ਨੂੰ ਪਤਾ ਲੱਗ ਗਿਆ ਕਨੌਜ ਜਿੱਤ ਲਿਆ। ਉਸ ਤੋਂ ਬਾਅਦ ਇਹਨੇ ਕੀ ਕੀਤਾ? ਇਹਨੇ ਪਾਲਾ ਵੰਸ਼ ਦੇ ਰਾਜੇ ਨੂੰ ਹਰਾਇਆ ਜਿਹਦਾ ਨਾਂ ਸੀ ਧਰਮਪਾਲਾ। ਧਰਮਾ ਠੀਕ ਹੈ, ਧਰਮਾਪਾਲਾ ਜਿਹੜਾ ਹਾਰਿਆ, ਇਹ ਧਰਮਾਪਾਲਾ ਡਿਫੀਟ ਹੋਇਆ, ਠੀਕ ਹੈ, ਧਰਮਾਪਾਲਾ ਡਿਫੀਟ ਹੋਇਆ, ਇਹ ਹਾਰ ਗਿਆ। ਕਿਸ ਤੋਂ ਹਾਰ ਗਿਆ? ਧਰੁਵਧਾਰਾ ਤੋਂ ਹਾਰ ਗਿਆ। ਆਪਾਂ ਨੂੰ ਦੋ ਗੱਲਾਂ ਪਤਾ ਲੱਗ ਗਈਆਂ, ਧਰੁਵਧਾਰਾ ਤੋਂ। ਇੱਕ ਤਾਂ ਧਰਮਪਾਲਾ ਹਾਰ ਗਿਆ, ਇਹਨੇ ਕਿਹੜਾ ਕੈਪਚਰ ਕੀਤਾ? ਕਨੌਜ ਕੈਪਚਰ ਕੀਤਾ। ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਜਿਹਨੇ ਗੰਗਾ ਤੇ ਯਮੁਨਾ, ਗੰਗਾ ਐਂਡ ਯਮੁਨਾ ਕੋਇਨ, ਇਹਨਾਂ ਦੇ ਕੁਆਇਨਸ ਸਟਾਰਟ ਕਰਾਏ, ਜਿਨ੍ਹਾਂ ਨੇ ਗੰਗਾ ਤੇ ਯਮੁਨਾ ਨਾਂ ਦੇ ਸਿੱਕੇ ਚਲਾਏ ਸੀਗੇ। ਮਤਲਬ ਉਹਨਾਂ ਦੀ ਮੂਰਤੀਆਂ ਤੇ ਫੋਟੋ ਲੱਗੀ ਹੋਈ ਸੀ ਗੰਗਾ ਤੇ ਯਮੁਨਾ ਮਾਤਾ ਦੀ। ਤਾਂ ਗੰਗਾ ਤੇ ਯਮੁਨਾ ਨਾਂ ਦੇ ਸਿੱਕੇ ਕਿਹਨੇ ਚਲਾਏ ਸੀਗੇ? ਉਹ ਚਲਾਉਣ ਵਾਲਾ ਕੌਣ ਸੀਗਾ? ਧਰੁਵਧਾਰਾ। ਇਹ ਐਗਜ਼ਾਮ 'ਚ ਕੁਐਸਚਨ ਆਇਆ ਸੀ, ਬਟ ਐਗਜ਼ਾਮ 'ਚ ਕੁਐਸਚਨ ਇਹ ਆਇਆ ਸੀ ਬਈ ਗੰਗਾ ਤੇ ਯਮੁਨਾ ਨਾਂ ਦਾ ਪ੍ਰਤੀਕ ਚਿੰਨ੍ਹ ਇਹਨਾਂ ਨੇ ਨਾ ਆਪਦੇ, ਜਿਵੇਂ ਰਾਸ਼ਟਰਕੂਟ ਵੰਸ਼ ਨਾ ਉਹਦਾ ਚਿੰਨ੍ਹ ਵੀ ਬਣਾ ਲਿਆ ਸੀਗਾ, ਪ੍ਰਤੀਕ ਚਿੰਨ੍ਹ ਵੀ ਰੱਖ ਲਿਆ ਸੀ ਗੰਗਾ ਤੇ ਯਮੁਨਾ। ਜਿਵੇਂ ਕੋਈ ਚਿੰਨ੍ਹ ਹੁੰਦਾ ਨਾ, ਜਿਵੇਂ ਸ਼ੇਰ ਆਪਣੇ ਇੰਡੀਆ ਦਾ ਹੈਗਾ ਲਾਈਨ, ਕਲੀਅਰ ਹੋ ਗਿਆ ਨਾ, ਤਾਂ ਉਵੇਂ ਹੀ ਇੱਕ ਪ੍ਰਤੀਕ ਚਿੰਨ੍ਹ ਰੱਖ ਲਿਆ ਸੀਗਾ। ਅਗਰ ਤੁਹਾਨੂੰ ਅੱਜ ਗੰਗਾ ਤੇ ਯਮੁਨਾ ਨਾਂ ਦੇ ਕੁਆਇਨ ਕਿਹਨੇ ਚਲਾਏ ਉਹ ਵੀ ਆਈ ਸੀ, ਕਿਹਨੇ ਆਪਦੇ ਵੰਸ਼ ਦਾ ਚਿੰਨ੍ਹ ਬਣਾਇਆ ਸੀ ਗੰਗਾ ਤੇ ਯਮੁਨਾ ਨੂੰ, ਉਹ ਵੀ ਕੌਣ ਸੀਗਾ? ਉਹ ਵੀ ਸੀ ਧਰੁਵਧਾਰਾ। ਧਰੁਵਧਾਰਾ ਦਾ ਇੰਨਾ ਪਤਾ ਲੱਗ ਗਿਆ। ਕਲੀਅਰ ਹੋ ਗਈ ਨਾ ਗੱਲ ਨੂੰ। ਤਾਂ ਇਹਨੇ ਕੀ ਕੀਤਾ ਸੀ? ਇਹਨੇ ਸੈਂਬਲ ਵੀ ਬਣਾਇਆ ਸੀਗਾ, ਸੈਂਬਲ, ਠੀਕ ਹੈ ਬਈ, ਸੈਂਬਲ ਵੀ ਲਿਖ ਲਿਓ। ਸੈਂਬਲ ਕਾਹਦਾ ਕੀਤਾ ਸੀਗਾ ਬਈ? ਸੈਂਬਲ ਕਾਹਦੇ? ਗੰਗਾ ਤੇ ਯਮੁਨਾ ਨਾਂ ਦੇ, ਗੰਗਾ ਐਂਡ ਯਮੁਨਾ। ਮਤਲਬ ਬਈ ਗੰਗਾ ਐਂਡ ਯਮੁਨਾ ਨਾਂ ਦਾ ਮੈਂ ਦੱਸਦਾ ਬਈ ਆਪਦਾ ਪ੍ਰਤੀਕ ਚਿੰਨ੍ਹ ਬਣਾਇਆ ਸੀਗਾ। ਤੁਸੀਂ ਕਹਿ ਸਕਦੇ ਹੋ ਇਹਨਾਂ ਨੇ ਆਪਦਾ ਪ੍ਰਤੀਕ ਚਿੰਨ੍ਹ ਬਣਾਇਆ ਸੀ ਗੰਗਾ ਤੇ ਯਮੁਨਾ ਨਾਂ ਦਾ, ਠੀਕ ਹੈ, ਕਲੀਅਰ ਹੋ ਗਈ। ਤਾਂ ਇਹ ਇੰਨੀ ਗੱਲ ਦਾ ਪਤਾ ਲੱਗ ਗਿਆ। ਦੁਬਾਰਾ ਮੈਂ ਇੱਕ ਵਾਰੀ ਰਿਪੀਟ ਕਰਦਾ, ਗੋਵਿੰਦ ਕੁਝ ਨਹੀਂ ਕਰ ਪਾਇਆ। ਗੋਵਿੰਦ ਨਕੰਮਾ ਸੀਗਾ, ਖਾ ਪੀ ਕੇ ਸਾਰਾ ਦਿਨ ਸੁੱਤਾ ਰਹਿੰਦਾ, ਇਸ ਲਈ ਇਹਦੀ ਹੱਤਿਆ ਕਰਤੀ ਇਹਦੇ ਭਰਾ ਨੇ, ਧਰੁਵਧਾਰਾ ਨੇ। ਧਰੁਵਧਾਰਾ ਜਦੋਂ ਆਇਆ 780 ਤੋਂ ਲੈ ਕੇ 793 ਤੱਕ ਆਇਆ ਬਈ, ਇਹਨੇ ਕੈਪਚਰ ਕੀਤਾ, ਕਨੌਜ ਕੈਪਚਰ ਕੀਤਾ। ਇਹਨੇ ਪਾਲਾ ਵੰਸ਼ ਦਾ ਰਾਜਾ ਧਰਮਪਾਲਾ ਨੂੰ ਹਰਾਇਆ, ਠੀਕ ਹੈ, ਧਰਮਪਾਲਾ ਨੂੰ ਹਰਾਇਆ। ਗੰਗਾ ਤੇ ਯਮੁਨਾ ਨਾਂ ਦੇ ਸਿੱਕੇ ਚਲਾਏ, ਉਹ ਵੀ ਪਤਾ ਲੱਗ ਗਿਆ, ਤੇ ਗੰਗਾ ਤੇ ਯਮੁਨਾ ਨਾਂ ਦਾ ਆਪਦਾ ਪ੍ਰਤੀਕ ਚਿੰਨ੍ਹ ਵੀ ਬਣਾਇਆ। ਇੰਨੀ ਗੱਲ ਕਲੀਅਰ ਹੋ ਗਈ। ਇਹਨੂੰ ਨੋਟ ਡਾਊਨ ਕਰੋ, ਇਹਨੂੰ ਰਫ ਕਰਕੇ ਅੱਗੇ ਚੱਲਦੇ ਆ ਰਾਜਾ ਤੇ। ਹਾਂ ਬਈ, ਉਸ ਤੋਂ ਬਾਅਦ ਆ ਗਿਆ ਸੀ ਗੋਵਿੰਦ ਥਰਡ। ਬਈ ਗੋਵਿੰਦ ਥਰਡ ਦਾ ਟਾਈਮ ਪੀਰੀਅਡ ਸੀਗਾ 793 ਤੋਂ ਲੈ ਕੇ
814 ਤੱਕ। ਗੋਬਿੰਦ ਥੜ ਵੀ ਕਾਫੀ ਤਗੜਾ ਰਾਜਾ ਮੰਨਿਆ ਗਿਆ ਧਰੁਵਧਾਰਾ ਦੀ ਤਰ੍ਹਾਂ। ਇਹਨੇ ਕੀ ਕੀਤਾ ਤਾਂ ਇਹਨੇ ਸਭ ਤੋਂ ਪਹਿਲਾਂ ਪਾਲਾ ਡਾਇਨੈਸਟੀ, ਜਿਹੜੇ ਪਾਲਾ ਕਿੰਗਸ ਸੀਗੇ, ਪਾਲਾ ਕਿੰਗਸ ਜਿਹੜੀ ਡਾਇਨੈਸਟੀ ਸੀਗੇ, ਉਹਦੇ ਰਾਜੇ ਨੂੰ ਹਰਾਇਆ ਜਿਹਦਾ ਨਾਂ ਸੀ ਨਾਗਾ ਭੱਟ। ਨਾਗਾ ਭੱਟ ਤਾਂ ਨਾਗਾ ਭੱਟ ਹਾਰਿਆ। ਨਾਗਾ ਭੱਟ ਹਾਰਿਆ ਕਿਸ ਤੋਂ ਹਾਰਿਆ? ਗੋਬਿੰਦ ਤੀਜੇ ਤੋਂ ਹਾਰਿਆ। ਕਿਹੜੇ ਵੰਸ਼ ਦਾ ਰਾਜਾ ਸੀ? ਤਾਂ ਪਾਲਾ ਡਾਇਨੈਸਟੀ ਦੇ ਜਿਹੜੇ ਕਿੰਗ ਸੀਗੇ ਨਾਗਾ ਭੱਟ, ਉਹ ਹਾਰ ਗਏ। ਇਹ ਇੱਥੋਂ ਤੱਕ ਤਗੜਾ ਰਿਹਾ ਹੈ ਬਈ ਇਹਨੇ ਕਿਹੜੇ ਕਿਹੜੇ ਵੰਸ਼ ਹਰਾਏ ਹੈ। ਤਾਂ ਇਹਨੇ ਸਭ ਤੋਂ ਪਹਿਲਾਂ ਤਾਂ ਲਿਖ ਲਿਓ, ਇੱਕ ਤਾਂ ਕਲਿੰਗ ਵੰਸ਼ ਹਰਾਇਆ ਸੀਗਾ, ਕਲਿੰਗ ਵੰਸ਼। ਤਾਂ ਕਲਿੰਗ ਵੰਸ਼ ਇਹਨੇ ਹਰਾਇਆ, ਠੀਕ ਹੈ। ਮਾਲਵਾ ਵੰਸ਼ ਇਹਨੇ ਹਰਾਇਆ, ਮਾਲਵਾ। ਕੁਸ਼ਾਲ ਵੰਸ਼ ਇਹਨੇ ਹਰਾਇਆ, ਠੀਕ ਹੈ, ਕੁਸ਼ਾਲ ਵੰਸ਼। ਤਾਂ ਇਹਨੇ ਇਹ ਵੰਸ਼ ਨੂੰ ਪਰਾਜਿਤ ਕੀਤਾ ਸੀਗਾ। ਤਾਂ ਇੱਥੋਂ ਤੱਕ ਕਿ ਇਸ ਤੋਂ ਬਾਅਦ ਜਿਹੜਾ ਮੈਂ ਧਰੁਵਧਾਰਾ ਸੀ ਮੈਂ ਦੱਸਿਆ ਸੀ, ਉਹ ਨੇ ਜਿਹੜੇ ਇਹ ਰਾਜੇ ਸੀਗੇ ਕਨੌਜ ਤੱਕ ਪਹੁੰਚ ਗਏ ਸੀਗੇ। ਤਾਂ ਇਸ ਤੋਂ ਬਾਅਦ ਜਿਹਨੇ ਹਿਮਾਚਲ ਵੀ ਕਬਜ਼ਾ ਕੀਤਾ, ਹਿਮਾਚਲ, ਠੀਕ ਹੈ, ਹਿਮਾਚਲ ਤੱਕ ਕਬਜ਼ਾ ਕਰ ਲਿਆ ਸੀਗਾ, ਉਹ ਕੌਣ ਸੀਗਾ? ਉਹ ਸੀ ਗੋਬਿੰਦ ਤੀਜਾ। ਗੋਬਿੰਦ ਤੀਜਾ ਕਾਫੀ ਤਗੜਾ ਰਾਜਾ ਰਿਹਾ ਬਈ, 793 ਤੋਂ ਲੈ ਕੇ 814 ਤੱਕ ਆਇਆ। ਤਾਂ ਪਾਲਾ ਕਿੰਗ ਦੇ ਨਾਗਾ ਭੱਟ ਨੂੰ ਹਰਾਇਆ। ਦੂਜੀ ਗੱਲ, ਮਾਲਵਾ ਨੂੰ ਹਰਾਇਆ, ਕਲਿੰਗ ਨੂੰ ਹਰਾਇਆ, ਕੁਸ਼ਾਲ ਵੰਸ਼ ਨੂੰ ਹਰਾਇਆ ਤੇ ਹਿਮਾਚਲ ਤੱਕ ਸਮਰਾਜ ਫੈਲਾ ਲਿਆ। ਕਰਨਾਟਕਾ ਤੋਂ ਆਏ ਹੋਏ ਹਿਮਾਚਲ ਤੱਕ ਪਹੁੰਚ ਗਏ। ਤਾਂ ਰਾਸ਼ਟਰਕੂਟ ਵੰਸ਼ ਤਾਂ ਇਹ ਇਤਿਹਾਸ ਦਾ ਬਹੁਤ ਤਗੜਾ ਵੰਸ਼ ਮੰਨਿਆ ਗਿਆ ਹੈ। ਇਸ ਤੋਂ ਬਾਅਦ ਜਿਹੜਾ ਪਰਸਨ ਆਇਆ ਸੀਗਾ, ਇਹ ਦਾ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਅਮੋਘ ਵਰਸ਼ਾ। ਅਮੋਘ ਵਰਸ਼। ਅਮੋਘ ਵਰਸ਼। ਅਮੋਘ ਵਰਸ਼ ਦਾ ਟਾਈਮ ਪੀਰੀਅਡ 814 ਤੋਂ ਲੈ ਕੇ 878 ਤੱਕ। ਬਈ ਟਾਈਮ ਪੀਰੀਅਡ ਦੇਖੋ ਬੰਦੇ ਦਾ ਕਿੰਨਾ ਜ਼ਬਰਦਸਤ ਹੈ ਤੇ ਇਹਦੇ ਕੰਮ ਵੀ ਜ਼ਬਰਦਸਤ ਰਹੇ ਸੀਗੇ। ਅਮੋਘ ਵਰਸ਼ ਜਿਹੜਾ ਹੈ ਉਹ ਇਸ ਵੰਸ਼ ਦਾ ਸਭ ਤੋਂ ਤਗੜਾ ਰਾਜਾ ਮੰਨਿਆ ਗਿਆ। ਕਿਹੜੇ ਵੰਸ਼ ਦਾ? ਰਾਸ਼ਟਰਕੂਟ ਵੰਸ਼ ਦਾ। ਸਭ ਤੋਂ ਪਹਿਲਾਂ ਤਾਂ ਇਹਨੇ ਕੀ ਕੀਤਾ? ਸਭ ਤੋਂ ਪਹਿਲਾਂ ਤਾਂ ਜਦੋਂ ਇਹ ਆਇਆ, ਅਮੋਘ ਵਰਸ਼ ਆਇਆ, ਤਾਂ ਇਹਦਾ ਕਿਹੜਾ ਧਰਮ ਅਡਾਪਟ ਕੀਤਾ? ਇਹਨੇ ਜੈਨ ਧਰਮ ਅਡਾਪਟ ਕੀਤਾ। ਜੈਨ ਧਰਮ ਅਡਾਪਟ ਕੀਤਾ। ਤਾਂ ਇਹ ਜੈਨ ਧਰਮ ਅਡਾਪਟ ਕੀਤਾ। ਇੱਕ ਜੈਨ ਦੇ ਬੜੇ ਆਚਾਰਿਆ ਮਸ਼ਹੂਰ ਸੀਗੇ, ਠੀਕ ਹੈ, ਆਚਾਰਿਆ ਦੱਸਦਾ ਉਹਨਾਂ ਦਾ ਨਾਮ ਕੀ ਸੀਗਾ? ਜੈਨ ਧਰਮ ਦੇ ਜੈਨ ਆਚਾਰਿਆ, ਜੈਨ ਆਚਾਰਿਆ ਜਿਨਸੈਨ, ਠੀਕ ਹੈ। ਇਹ ਗੁਰੂ ਰਹੇ ਅਮੋਘ ਵਰਸ਼ ਦੇ। ਜਿਨ੍ਹਾਂ ਦੇ ਇੱਕ ਤੁਹਾਨੂੰ ਕਦੇ ਕੁਐਸਚਨ ਆ ਗਿਆ ਵੀ ਜੈਨ ਧਰਮ ਦੇ ਇੱਕ ਗੁਰੂ ਸੀਗੇ, ਜੈਨ ਧਰਮ ਦੇ ਆਚਾਰਿਆ ਜਿਨਸੈਨ, ਤਾਂ ਉਹ ਕਿਹਦੇ ਦਰਬਾਰ 'ਚ ਸੀਗੇ? ਤਾਂ ਜਿਨਸੈਨ ਕਿਹਦੇ ਦਰਬਾਰ 'ਚ ਸੀਗੇ? ਅਮੋਘ ਵਰਸ਼ ਦੇ ਦਰਬਾਰ 'ਚ ਸੀਗੇ। ਇਹਨਾਂ ਦੇ ਨਾਲ ਰਹਿ ਕੇ ਹੀ ਇਹਨੇ ਜੈਨ ਧਰਮ ਅਡਾਪਟ ਕੀਤਾ ਸੀਗਾ। ਇਹ ਗੱਲ ਦਾ ਧਿਆਨ ਰੱਖਿਓ ਮਾੜਾ ਜਿਹਾ, ਇਹਨੇ ਜੈਨ ਧਰਮ ਅਡਾਪਟ ਕੀਤਾ। ਉਸ ਤੋਂ ਬਾਅਦ ਇਹਨੇ ਬੁੱਕ ਲਿਖੀ, ਇੱਕ ਬੁੱਕ ਦਾ ਨਾਂ ਕੀ ਸੀਗਾ? ਕਵੀ ਰਾਜਮਾਰਗ। ਕਵੀ ਰਾਜਮਾਰਗ। ਇਹ ਬੁੱਕ ਦਾ ਧਿਆਨ ਰੱਖਿਓ, ਇਹ ਬੁੱਕ ਕੰਨੜ ਭਾਸ਼ਾ 'ਚ ਲਿਖੀ ਗਈ ਹੈ। ਕੰਨੜ ਭਾਸ਼ਾ 'ਚ ਲਿਖੀ ਗਈ ਹੈ, ਕਵੀ ਰਾਜਮਾਰਗ। ਤਾਂ ਕਵੀ ਰਾਜਮਾਰਗ ਦੇ ਲੇਖਕ ਕੌਣ ਸੀ? ਅਮੋਘ ਵਰਸ਼ ਸੀ। ਬਟ ਹੈਲਪ ਕਿਹਨੇ ਕੀਤੀ ਸੀ? ਜਿਨਸੈਨ ਨੇ। ਬਈ ਬੁੱਕ ਲਿਖਣ 'ਚ ਹੈਲਪ ਕਿਹਨੇ ਕੀਤੀ ਸੀ? ਜਿਨਸੈਨ ਨੇ। ਬਟ ਲਿਖੀ ਕਿਹਦੇ ਦੁਆਰਾ ਗਈ ਸੀ? ਅਮੋਘ ਵਰਸ਼ ਦੁਆਰਾ। ਬਹੁਤ ਤਗੜਾ ਮੰਨਿਆ ਗਿਆ। ਕਲੀਅਰ ਹੋ ਗਈ ਗੱਲ ਨੂੰ? ਉਸ ਤੋਂ ਬਾਅਦ ਇਤਿਹਾਸ ਵਿੱਚ ਇਹਦੀ ਤੁਲਨਾ ਕਿਹਦੇ ਨਾਲ ਹੁੰਦੀ ਹੈ? ਤਾਂ ਇਤਿਹਾਸ 'ਚ ਇਹਦੀ ਤੁਲਨਾ ਇੱਕ ਰਾਜਾ ਸੀਗਾ, ਤੁਸੀਂ ਯਾਦ ਰੱਖਿਓ ਕੌਣ ਸੀਗਾ, ਤੁਹਾਨੂੰ ਮੈਂ ਦੱਸਿਆ ਹੋਇਆ, ਚੰਦਰਗੁਪਤ II। ਚੰਦਰਗੁਪਤ II, ਜਿਹਨੂੰ ਵਿਕਰਮਾਦਿੱਤਿਆ ਵੀ ਕਹਿੰਦੇ ਆ। ਤਾਂ ਇਤਿਹਾਸ ਵਿੱਚ ਇਹਦੀ ਤੁਲਨਾ ਚੰਦਰਗੁਪਤ II ਨਾਲ ਹੁੰਦੀ ਹੈ, ਕਿਉਂਕਿ ਜਿੰਨਾ ਤਗੜਾ ਰਾਜਾ ਚੰਦਰਗੁਪਤ ਸੀਗਾ ਉਨਾ ਹੀ ਤਗੜਾ ਰਾਜਾ ਅਮੋਘ ਵਰਸ਼ ਨੂੰ ਮੰਨਿਆ ਜਾਂਦਾ ਹੈ। ਇਸ ਲਈ ਇਹਦੀ ਤੁਲਨਾ ਚੰਦਰਗੁਪਤ ਨਾਲ ਹੁੰਦੀ ਹੈ। ਪਰ ਕਿਤੇ ਕਿਤੇ ਇਹਦੀ ਤੁਲਨਾ ਸਮਰਾਟ ਅਸ਼ੋਕ ਨਾਲ ਵੀ ਹੁੰਦੀ ਹੈ। ਮੈਂ ਇੱਥੇ ਲਿਖ ਦੇਣਾ ਵੀ ਅਸ਼ੋਕਾ ਨਾਲ। ਇਹ ਅਸ਼ੋਕਾ ਨਾਲ ਕਿਉਂ ਹੁੰਦੀ ਹੈ ਉਹਦੇ ਬਾਰੇ ਦੱਸਦਾ। ਜੇ ਤਾਂ ਗੱਲ ਕੀਤੀ ਜਾਵੇ ਤਗੜੇ ਦੀ, ਤਗੜਾ, ਤਾਂ ਚੰਦਰਗੁਪਤ ਵੀ ਤਗੜਾ ਸੀ, ਅਸ਼ੋਕਾ ਵੀ ਤਗੜਾ ਸੀ, ਵੀ ਦੋਵੇਂ ਤਗੜੇ ਸੀਗੇ। ਪਰ ਜੇ ਦੇਖਿਆ ਜਾਵੇ ਵੀ ਪਾਵਰਫੁਲ ਦੇ ਹਿਸਾਬ ਨਾਲ ਫਿਰ ਤਾਂ ਚੰਦਰਗੁਪਤ ਦੇ ਨਾਲ ਤੁਲਨਾ ਸੀਗੀ। ਪਰ ਅਸ਼ੋਕਾ ਕਿਤੇ ਨਾ ਕਿਤੇ ਜਾ ਕੇ ਸ਼ਾਂਤ ਸੁਭਾਅ ਦਾ ਬਣ ਗਿਆ ਸੀਗਾ, ਮਤਲਬ ਬਈ ਲੜਾਈ ਨਹੀਂ ਕਰਨੀ। ਮੈਂ ਦੱਸਿਆ ਸੀ ਨਾ ਕਲਿੰਗ ਦੀ ਲੜਾਈ ਤੋਂ ਬਾਅਦ ਉਹ ਹਥਿਆਰ ਤਲਵਾਰ ਚਲਾਣੀ ਛੱਡ ਗਿਆ ਸੀ। ਤੇ ਸ਼ਾਂਤੀਪੂਰਵਕ ਗੱਲ ਕੀਤੀ ਜਾਵੇ ਤਾਂ ਇਹ ਵੀ ਬਹੁਤ ਸ਼ਾਂਤੀਪੂਰਵਕ ਸੀਗਾ। ਇਹ ਵੀ ਮਤਲਬ ਕਿਸੇ ਤੇ ਤਲਵਾਰ ਚਲਾ ਕੇ ਖੁਸ਼ ਨਹੀਂ ਸੀਗਾ, ਬੜਾ ਵਧੀਆ ਰਾਜਾ ਮੰਨਿਆ ਗਿਆ। ਤਾਂ ਅਮੋਘ ਵਰਸ਼ ਜੇ ਸ਼ਾਂਤੀਪੂਰਵਕ ਆ ਜਾਏ ਤਾਂ ਇਹਦੀ ਤੁਲਨਾ ਕੀਤੀ ਗਈ ਹੈ ਅਸ਼ੋਕਾ ਨਾਲ। ਜੇ ਲੜਾਈ ਪੱਖੋਂ ਆ ਜਾਏ ਫਿਰ ਤੁਲਨਾ ਕੀਤੀ ਗਈ ਚੰਦਰਗੁਪਤ ਦੇ ਨਾਲ। ਇਹਦਾ ਧਿਆਨ ਰੱਖਿਓ। ਅਮੋਘ ਵਰਸ਼ ਇਹੋ ਜਿਹਾ ਰਾਜਾ ਹੈ ਜਿਹਨੇ ਆਪਦਾ ਸਰੀਰ ਤਿਆਗਿਆ ਸੀਗਾ। ਕਿਹੜੀ ਨਦੀ ਤੇ ਤਿਆਗਿਆ ਸੀਗਾ? ਤੰਗਭੰਦਰਾ। ਠੀਕ ਹੈ, ਤੰਗਭੰਦਰਾ ਰਿਵਰ ਤੇ ਆਪਦਾ ਸਰੀਰ ਛੱਡਿਆ ਸੀਗਾ, ਸਮਾਧੀ ਲਿੱਤੀ। ਜਿਵੇਂ ਪਾਣੀ ਦੇ ਵਿੱਚ ਜਾ ਕੇ
ਪਾਣੀ ਦੇ ਵਿੱਚ ਚੱਲ ਜਾਣਾ ਤੇ ਆਪਦਾ ਸਰੀਰ ਛੱਡ ਦੇਣਾ, ਉਹ ਕੰਮ ਕੀਤਾ ਸੀਗਾ ਕਿਨੇ? ਅਮੋਘ ਵੰਸ਼ ਨੇ। ਕਲੀਅਰ ਹੋ ਗਈ ਗੱਲ ਨੂੰ? ਇੱਕ ਵਾਰੀ ਮੈਂ ਰਿਪੀਟ ਕਰ ਦੇਣਾ, ਦੁਬਾਰਾ ਧਿਆਨ ਨਾਲ ਸੁਣਿਓ। ਗੋਬਿੰਦ ਤੀਜਾ ਸੀ 793 ਤੋਂ ਲੈ ਕੇ 814 ਤੱਕ। ਇਹਨੇ ਪਾਲਾ ਡਾਇਨੈਸਟੀ ਦਾ ਨਾਗ ਭੱਟ ਨੂੰ ਹਰਾਇਆ, ਇਹ ਗੱਲ ਪਤਾ ਲੱਗ ਗਈ। ਕਲਿੰਗ ਨੂੰ ਹਰਾਇਆ, ਮਾਲਵਾ ਵੰਸ਼ ਨੂੰ ਹਰਾਇਆ, ਕੁਸ਼ਾਲ ਵੰਸ਼ ਨੂੰ ਹਰਾਇਆ। ਇਹ ਵੰਸ਼ ਕਿਹਨੇ ਹਰਾਏ ਸੀ? ਗੋਬਿੰਦ ਤੀਜੇ ਨੇ। ਬਾਅਦ ਚ ਫਿਰ ਅੱਗੇ ਅੱਛਾ ਹਿਮਾਚਲ ਤੱਕ ਵੀ ਰਾਜ ਕੀਤਾ ਸੀਗਾ, ਇਹ ਵੀ ਤਾਂ ਪਤਾ ਲੱਗ ਗਿਆ। ਅਮੋਘ ਵੰਸ਼ ਆਇਆ, ਇਹ ਬਹੁਤ ਤਗੜਾ ਰਾਜਾ ਮੰਨਿਆ ਗਿਆ। ਟਾਈਮ ਪੀਰੀਅਡ ਦੇਖ ਲਓ 814 ਤੋਂ ਲੈ ਕੇ 878 ਤੱਕ, ਕਿੰਨਾ ਟਾਈਮ ਪੀਰੀਅਡ ਜ਼ਬਰਦਸਤ ਰਿਹਾ। ਜੈਨ ਧਰਮ ਅਡਾਪਟ ਕੀਤਾ। ਜੈਨ ਆਚਾਰਿਆ ਜਿਨਸੈਨ ਇਹਦੇ ਗੁਰੂ ਸੀਗੇ, ਬਹੁਤ ਤਗੜੇ ਆਚਾਰਿਆ ਸੀਗੇ। ਇਹਦੇ ਦੁਆਰਾ ਬੁੱਕ ਲਿਖੀ ਗਈ ਸੀ ਕਵੀ ਰਾਜਮਾਰਗ, ਜਿਸ 'ਚ ਹੈਲਪ ਕੀਤੀ ਸੀ ਜਿਨਸੈਨ ਨੇ। ਅਗਰ ਸ਼ਾਂਤੀਪੂਰਵਕ ਗੱਲ ਕੀਤੀ ਜਾਵੇ ਤਾਂ ਸ਼ਾਂਤੀਪੂਰਵਕ ਇਹਨੂੰ ਤੁਲਨਾ ਕੀਤੀ ਜਾਂਦੀ ਹੈ ਸਮਰਾਟ ਅਸ਼ੋਕਾ ਦੇ ਨਾਲ। ਅਗਰ ਲੜਾਈ ਪੱਖੋਂ ਦੇਖਿਆ ਜਾਵੇ ਤਾਂ ਇਹਦੀ ਤੁਲਨਾ ਕੀਤੀ ਜਾਂਦੀ ਹੈ ਚੰਦਰਗੁਪਤ ਮੌਰਿਆ ਦੇ ਨਾਲ। ਤੰਗਬੰਦਰਾ ਰਿਵਰ ਤੇ ਜਾ ਕੇ ਇਹਨੇ ਆਪਦਾ ਸਰੀਰ ਛੱਡਿਆ ਸੀਗਾ, ਇਹਨਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਨੂੰ ਨੋਟ ਕਰੋ, ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ, ਪਹਿਲਾਂ ਨੋਟ ਡਾਊਨ ਕਰੋ ਇਹਨੂੰ, ਠੀਕ ਹੈ। ਹਾਂ ਬਈ, ਉਸ ਤੋਂ ਬਾਅਦ ਬਈ ਕੋਈ ਰਾਜਾ ਤਗੜਾ ਨਹੀਂ ਆਇਆ, ਇਸ ਲਈ ਆਪਾਂ ਉਹਨਾਂ ਬਾਰੇ ਨਹੀਂ ਲਿਖਣਾ। ਬਾਅਦ ਚ ਟਾਈਮ ਪੀਰੀਅਡ ਪਾ ਕੇ ਫਿਰ ਆ ਗਿਆ ਸੀ ਇੰਦਰਾ ਥਰੀ, ਜਿਹਦਾ ਟਾਈਮ ਪੀਰੀਅਡ ਸੀ 914 ਤੋਂ ਲੈ ਕੇ 929 ਤੱਕ। ਬਈ ਉਹਨਾਂ ਦੇ ਵਿਚਕਾਰ ਕੋਈ ਤਗੜਾ ਰਾਜਾ ਨਹੀਂ ਆਇਆ, ਇਸ ਲਈ ਆਪਾਂ ਉਹਨਾਂ ਬਾਰੇ ਨਹੀਂ ਲਿਖਣਾ, ਸਾਰੇ ਨਹੀਂ ਲਿਖੀਦੇ। ਤਾਂ 914 ਤੋਂ ਲੈ ਕੇ 929 ਤੱਕ ਆ ਗਿਆ ਸੀ ਇੰਦਰਾ ਥਰੀ ਨੇ ਕੀ ਕੀਤਾ? ਇਹਨੇ ਰਾਜੇ ਨੂੰ ਹਰਾਇਆ। ਕਿਹਨੂੰ ਹਰਾਇਆ? ਮਹੀਪਾਲ ਕਿੰਗ ਨੂੰ ਡਿਫੀਟ ਕੀਤਾ। ਠੀਕ ਹੈ ਬਈ, ਤਾਂ ਮਹੀਪਾਲ ਕਿੰਗ ਨੂੰ ਡਿਫੀਟ ਕੀਤਾ। ਕਿਹਨੇ ਹਰਾਇਆ? ਤਾਂ ਇਹ ਹਾਰ ਗਿਆ। ਕੌਣ ਜਿੱਤ ਗਿਆ? ਇੰਦਰਾ ਥਰੀ ਜਿੱਤ ਗਿਆ। ਪਹਿਲੀ ਗੱਲ ਤਾਂ ਇਹਦਾ ਧਿਆਨ ਰੱਖਿਓ। ਉਸ ਤੋਂ ਬਾਅਦ ਪਹਿਲਾਂ ਤਾਂ ਇਹਨੇ ਮਹੀਪਾਲ ਨੂੰ ਹਰਾਇਆ, ਉਸ ਤੋਂ ਬਾਅਦ ਇਹਦੇ ਟਾਈਮ 'ਚ ਇੱਕ ਅਰਬ ਕੰਟਰੀ, ਕਿਹੜੀ? ਬਗਦਾਦ। ਉਸ ਤੋਂ ਇੱਕ ਵਪਾਰੀ ਆਇਆ ਸੀਗਾ ਜਿਹਦਾ ਨਾਮ ਸੀਗਾ ਅਲ ਮਸੂੰਦੀ। ਠੀਕ ਹੈ, ਧਿਆਨ ਰੱਖਿਓ। ਇਹਦੇ ਟਾਈਮ 'ਚ ਇੱਕ ਵਪਾਰੀ ਆਇਆ ਸੀਗਾ ਅਲ ਮਸੂੰਦੀ, ਇਹਦਾ ਧਿਆਨ ਰੱਖਣਾ ਹੈ। ਉਹ ਕਿਹਦੇ ਟਾਈਮ 'ਚ ਆਇਆ ਸੀਗਾ? ਤਾਂ ਉਹ ਇਹ ਕਿਹਦੇ ਟਾਈਮ 'ਚ ਆਇਆ ਸੀ? ਇੰਦਰਾ ਥਰੀ ਦੇ ਟਾਈਮ 'ਚ ਆਇਆ ਸੀ। ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਮਹੀਪਾਲ ਨੂੰ ਹਰਾਇਆ। ਇੱਕ ਬਗਦਾਦ ਤੋਂ ਆਇਆ ਸੀ ਅਲ ਮਸੂੰਦੀ ਨਾਂ ਦਾ, ਵਪਾਰ ਕਰਨ ਆਇਆ ਸੀਗਾ। ਉਹਨੇ ਕਿਹਾ ਵੀ ਇੰਦਰਾ ਥਰੀ ਬਹੁਤ ਤਗੜਾ ਰਾਜਾ ਮੰਨਿਆ। ਉਹਨੇ ਕਿਹਾ ਪਰ ਇੰਨਾ ਤਗੜਾ ਹੈ ਨਹੀਂ ਸੀਗਾ ਇਹ। ਕਲੀਅਰ ਹੋ ਗਿਆ ਨਾ? ਅਮੋਘ ਵੰਸ਼ ਬਹੁਤ ਜ਼ਿਆਦਾ ਤਗੜਾ ਸੀ, ਜਿਹਦੇ ਬਾਰੇ ਆਪਾਂ ਹੁਣੇ ਪੜ੍ਹਿਆ। ਇਸ ਤੋਂ ਬਾਅਦ ਕੋਈ ਤਗੜਾ ਨਹੀਂ ਆਇਆ, ਸਿਰਫ ਆਪਾਂ ਲਾਸਟ ਰਾਜੇ ਦਾ ਖਤਮ ਕਰਦੇ ਆਂ। ਉਸ ਤੋਂ ਬਾਅਦ ਇੱਕ ਰਾਜਾ ਸੀਗਾ ਕਰਕ ਥਰੀ, ਬਸ ਇਹਦਾ ਧਿਆਨ ਰੱਖਣਾ, ਇਹ ਆਇਆ ਸੀ। ਠੀਕ, ਇਹਦਾ ਟਾਈਮ ਪੀਰੀਅਡ ਕਿੰਨਾ ਸੀ? ਇਹਦਾ ਟਾਈਮ ਪੀਰੀਅਡ ਸੀ 972 ਤੋਂ ਲੈ ਕੇ 973 ਤੱਕ। ਸਿਰਫ ਇਹ ਕੁਝ ਟਾਈਮ ਹੀ ਬੈਠਾ ਸੀ, ਸਾਲ ਵੀ ਨਹੀਂ ਬੈਠਾ, ਇਹ ਸਿਰਫ 7 ਮਹੀਨੇ ਬੈਠਾ ਸੀਗਾ, ਕਿਉਂਕਿ ਇੱਕ ਵੰਸ਼ ਸੀਗਾ ਕਲਿਆਣ ਵੰਸ਼। ਠੀਕ ਹੈ, ਕਲਿਆਣ ਵੰਸ਼। ਤਾਂ ਕਲਿਆਣ ਵੰਸ਼ ਨੇ ਕਰਕ ਦੀ ਹੱਤਿਆ ਕਰਤੀ ਤੇ ਕਿਹੜਾ ਵੰਸ਼ ਖਤਮ ਕਰਤਾ? ਰਾਸ਼ਟਰਕੂਟ ਵੰਸ਼ ਖਤਮ ਕਰਤਾ। ਕਲੀਅਰ ਹੋ ਗਈ ਗੱਲ ਨੂੰ? ਇੰਦਰਾ ਥਰੀ ਆਇਆ ਸੀ 914 ਤੋਂ ਲੈ ਕੇ 929 ਤੱਕ। ਮਹੀਪਾਲ ਕਿੰਗ ਨੂੰ ਡਿਫੀਟ ਕੀਤਾ ਇਹਨੇ ਅਰਬ ਤੋਂ ਇੱਕ ਯਾਤਰੀ ਆਇਆ ਸੀਗਾ ਅਲ ਮਸੂੰਦੀ ਨਾਂ ਦਾ। ਉਹ ਕਿਹਦੇ ਟਾਈਮ 'ਚ ਆਇਆ ਸੀ? ਕਿਹਦੇ ਟਾਈਮ ਵਿੱਚ ਭਾਰਤ 'ਚ ਆਇਆ ਸੀ? ਤਾਂ ਇੰਦਰਾ ਥਰੀ ਦੇ ਟਾਈਮ ਵਿੱਚ ਭਾਰਤ 'ਚ ਆਇਆ ਸੀਗਾ। ਉਸ ਤੋਂ ਬਾਅਦ ਕਰਕ ਤੀਜਾ, ਇਹ ਲਾਸਟ ਰਾਜਾ ਰਿਹਾ ਰਾਸ਼ਟਰਕੂਟ ਵੰਸ਼ ਦਾ। ਕਲਿਆਣ ਡਾਇਨੈਸਟੀ ਸੀਗੀ, ਉਹਨੇ ਇਹਨੂੰ ਖਤਮ ਕਰਤਾ ਸੀਗਾ ਤੇ ਉਰੇ ਆ ਕੇ ਰਾਸ਼ਟਰਕੂਟ ਵੰਸ਼ ਖਤਮ ਹੋ ਗਿਆ। ਕਲੀਅਰ ਹੈ? ਤਾਂ ਅੱਜ ਦੇ ਲੈਕਚਰ 'ਚ ਆਪਾਂ ਪੂਰੇ ਦਾ ਪੂਰਾ ਖਤਮ ਕਰਤਾ ਰਾਸ਼ਟਰਕੂਟ ਵੰਸ਼। ਆਪਾਂ ਫਿਰ ਅਗਲੇ ਲੈਕਚਰ 'ਚ ਮਿਲਾਂਗੇ। ਅੱਜ ਲਈ ਇੰਨਾ ਬਹੁਤ ਹੈ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ। ਤੇ ਸਭ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਜੈ ਹਿੰਦ, ਰਾਧੇ ਰਾਧੇ। ਆਪਾਂ ਫਿਰ ਮਿਲਦੇ ਹਾਂ। ਥੈਂਕ ਯੂ ਵੈਰੀ ਮੱਚ।